हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੀ ਸੀ ਪ੍ਰੋਬੇਬਿਲਿਟੀ। ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ ਦੇ ਵਿੱਚ ਕੰਡੀਸ਼ਨਲ ਪ੍ਰੋਬੇਬਿਲਿਟੀ ਕਰਾਇਆ ਸੀ, ਜਿਹਦੇ ਵਿੱਚ ਉਹਦਾ ਮੈਥਡ ਪਲੱਸ ਸ਼ਾਰਟਕਟ ਵੀ ਇਹ ਦੋਨੇ ਤਰੀਕੇ ਸਮਝਾ ਦਿੱਤੇ ਸੀ। ਠੀਕ ਆ, ਹੁਣ ਜਿਹੜੇ ਸਮ ਹੁੰਦੇ ਜੀ ਸਾਨੂੰ ਦੇਖ ਕੇ ਤਾਂ ਦਿੱਤੀ ਹੈ ਕੰਡੀਸ਼ਨ ਈ ਬਾਈ ਐਫ ਲਿਖਿਆ ਹੋਇਆ ਤਾਂ ਸਾਨੂੰ ਪਤਾ ਜੀ ਇਹ ਕੰਡੀਸ਼ਨਲ ਪ੍ਰੋਬੇਬਿਲਿਟੀ ਹੈ। बट जे ना लिखा होवे ਅਸੀਂ ਕਿੱਦਾਂ ਸਟੇਟਮੈਂਟ ਤੋਂ ਪਹਿਚਾਨ ਸਕਦੇ ਹਾਂ ਕਿ ਉਹ ਕੰਡੀਸ਼ਨਲ ਪ੍ਰੋਬੇਬਿਲਿਟੀ ਦਾ ਸਮ ਆ। ਹੁਣ ਅਸੀਂ ਸਟੇਟਮੈਂਟ ਵਾਲੇ ਸਮ ਕਰਾਂਗੇ ਜਿਹਦੇ ਤੇ ਕਨਸੈਪਟ ਕੰਡੀਸ਼ਨਲ ਪ੍ਰੋਬੇਬਿਲਿਟੀ ਦਾ ਹੀ ਲੱਗੇਗਾ, ਬਟ ਤੁਸੀਂ ਉਹ ਦੇਖ ਕੇ ਪਹਿਚਾਨੋਗੇ ਕਿੱਦਾਂ ਕਿ ਇਹ ਕੰਡੀਸ਼ਨਲ ਪ੍ਰੋਬੇਬਿਲਿਟੀ ਹੈ। ਨਾਮ ਤੋਂ ਜਾਂ ਕੰਡੀਸ਼ਨਲ ਪ੍ਰੋਬੇਬਿਲਿਟੀ ਮਤਲਬ ਇੱਕ ਇਵੈਂਟ ਦੀ ਤੁਸੀਂ ਪ੍ਰੋਬੇਬਿਲਿਟੀ ਪਤਾ ਕਰਨੀ ਹੈ ਜਦੋਂ ਦੂਸਰੀ ਤੁਹਾਨੂੰ ਕੰਡੀਸ਼ਨ ਗਿਵਨ ਆ। ਦੈਟ ਮੀਨਸ ਤੁਹਾਨੂੰ ਦੂਸਰੀ ਸੈਂਪਲ ਸਪੇਸ ਨੋਨ ਆ, ਮਤਲਬ ਕਿ ਉਹਦੇ ਵਿੱਚੋਂ ਤੁਸੀਂ ਪਤਾ ਕਰਨੀ ਆ। ਕੀਤਾ ਸੀ ਨਾ ਪਿਛਲੀ ਵੀਡੀਓ 'ਚ ਕੀ ਹੋਇਆ ਸੀਗਾ ਕਿ ਮੈਂ ਤੁਹਾਨੂੰ ਸ਼ਾਰਟਕਟ ਵਿੱਚ ਕੀ ਦੱਸਿਆ ਸੀ ਕਿ ਜਿਹੜੀ ਦੂਸਰੀ ਚੀਜ਼ ਦਿੱਤੀ ਹੋਈ ਹੈ ਨਾ ਦੈਟ ਮੀਨਸ ਉਹ ਨੋਨ ਆ, ਉਹ ਪਹਿਲੇ ਲਿਖੀ ਹੈ ਸੈਂਪਲ ਸਪੇਸ ਆ। ਕਲੀਅਰ ਹੈ ਨਾ ਉਹ ਚੀਜ਼? ਉਹੀ ਬਸ ਤੁਸੀਂ ਤੇ ਪਹਿਚਾਨਣੀ ਆ। ਦੇਖਦੇ ਆ ਆਪਾਂ ਸਮ ਦੇਖਦੇ ਆ, ਬਹੁਤ ਈਜ਼ੀ ਹੈਗੇ ਨੇ ਸਭ। ਅ ਫੈਮਿਲੀ ਹੈਜ਼ 2 ਚਿਲड्रन। ਇੱਕ ਫੈਮਿਲੀ 'ਚ ਨਾ 2 ਬੱਚੇ ਆ। ਫਾਈਂਡ ਦੀ ਪ੍ਰੋਬੇਬਿਲਿਟੀ ਦੈਟ ਬੋਥ ਆਰ ਬॉयਜ਼। ਪ੍ਰੋਬੇਬਿਲਿਟੀ ਕੀ ਪਤਾ ਕਰਨੀ ਮੈਂ ਕਿ ਦੋਨੇ ਕੀ ਆ ਬॉय। ਲੈਟਸ ਸੇ ਮੈਂ ਉਸ ਨੂੰ ਇਵੈਂਟ ਨੂੰ ਨਾਮ ਦਿੱਤਾ ਈ ਕਿ ਦੋਨੇ ਕੀ ਹੋਣ ਬॉय। ਓਕੇ, ਇਹ ਵਾਲੀ ਮੈਂ ਪ੍ਰੋਬੇਬਿਲਿਟੀ ਪਤਾ ਕਰਨੀ ਹੈ। ਮੈਨੂੰ ਗਿਵਨ ਕੀ ਆ? ਇਟ ਇਜ਼ ਨੋਨ ਦੈਟ। ਪਤਾ ਕੀ ਆ? ਉਹਨੂੰ ਮੈਂ ਐਫ ਇਵੈਂਟ ਲੈ ਲਿਆ। ਐਟ ਲੀਸਟ ਵਨ ਆਫ ਦਾ ਚਿਲड्रन ਇਜ਼ ਬॉय। ਇਹ ਦੋਨਾਂ ਵਿੱਚੋਂ ਇੱਕ ਚਿਲड्रन ਕੀ ਆ? ਬॉय। ਕੀ ਬਣ ਸਕਦਾ? ਜੇ ਇੱਕ ਚਿਲड्रन ਬॉय ਆ, ਬॉय ਗਰਲ ਹੋ ਸਕਦਾ। ਪਹਿਲਾ ਘਰ ਚ ਬॉय ਆਇਆ ਹੋਵੇ ਵੱਡਾ, ਫਿਰ ਗਰਲ ਹੋਈ ਹੋਵੇ, ਫਿਰ ਗਰਲ ਜਾਂ ਬॉय ਵੀ ਹੋ ਸਕਦਾ, ਪਹਿਲੀ ਵੱਡੀ ਗਰਲ ਫਿਰ ਬॉय। ਜਾਂ ਐਟ ਲੀਸਟ ਕੀ ਆ? ਦੋਨੇ ਬॉय ਵੀ ਤਾਂ ਹੋ ਹੀ ਸਕਦੇ। ਸੋ ਇਹੀ ਚੀਜ਼ਾਂ ਬਣ ਸਕਦੀਆਂ ਇਸ ਇਵੈਂਟ ਚ। ਨੋਨ ਕੀ ਆ? ਮੈਨੂੰ ਕਹਿੰਦਾ ਇਟ ਇਜ਼ ਨੋਨ ਦੈਟ। ਮੈਨੂੰ ਪਤਾ ਨੋਨ ਇਹ ਆ ਕਿ ਐਟ ਲੀਸਟ one children is boy। ਸੋ ਇਹ ਮੇਰੇ ਕੋਲ ਕੀ ਬਣ ਗਈ? ਕੰਡੀਸ਼ਨ। ਦਿਸ ਇਜ਼ ਦਾ ਕੰਡੀਸ਼ਨ। ਕੰਡੀਸ਼ਨਲ ਪ੍ਰੋਬੇਬਿਲਿਟੀ ਸਮਝੇ ਨਾ? ਕੰਡੀਸ਼ਨ ਕੀ ਆ ਕਿ ਐਟ ਲੀਸਟ one of the children is boy। that means ਇਹ ਮੇਰੇ ਕੋਲ ਕੀ ਬਣ ਗਈ? ਸੈਂਪਲ ਸਪੇਸ। ਯਾਨੀ ਪਤਾ ਮੈਂ ਹੁਣ ਇੱਥੇ ਕੀ ਕਰਨਾ? E by F। मैं की दस्या शॉर्टकट तरीके ਨਾਲ ਕਰਾਂਗੇ ਆਪਾਂ ਸਮ। ਮੈਂ ਉਹ ਵਾਲਾ ਮੈਥਡ ਨਹੀਂ ਕਰਾਣਾ, ਉਹ ਵੀ ਕਰਨਾ ਹੋਇਆ ਤੁਸੀਂ ਆਪ ਕਰ ਲਿਓ। ਕੀ ਦੱਸਿਆ ਸੀ ਤੁਹਾਨੂੰ ਸ਼ਾਰਟਕਟ ਦੇ ਵਿੱਚ? ਤੁਸੀਂ ਇਹਨੂੰ ਲੱਭਣਾ, ਇਹਦੇ ਵਿੱਚੋਂ ਕਿੱਥੇ ਆ ਸਾਂਝਾ ਦੇਖਣਾ ਹੁੰਦਾ ਨਾ। ਕਿੰਨੀ ਹੈ ਇਹਦੇ ਵਿੱਚ? ਇਹ ਵਾਲਾ ਦੇਖੋ, ਇਹਦੇ ਵਿੱਚ ਹੈ ਨਾ। ਸੋ 1 ਆ ਗਿਆ। ਸਾਂਝਾ ਇੱਕੋ ਹੀ ਆ, ਇੱਕ ਹੀ ਆ ਸਾਂਝਾ, ਇੱਕੋ ਹੀ ਦੋਨਾਂ ਚੋਂ। ਤੇ ਇਹ ਟੋਟਲ ਸੈਂਪਲ ਸਪੇਸ ਟੋਟਲ ਲੈ ਲੈਣਾ। ਕਿੰਨਾ ਆਨਸਰ ਆ ਗਿਆ? 1/3। ਤੁਸੀਂ ਵੱਡੇ ਵਾਲੇ ਮੈਥਡ ਨਾਲ ਵੀ ਕਰੋਗੇ ਤਾਂ ਵੀ ਇੰਨੇ ਆਏਗਾ ਕਿ E upon ਟੋਟਲ ਪ੍ਰੋਬੇਬਿਲਿਟੀ F upon ਟੋਟਲ ਪ੍ਰੋਬੇਬਿਲਿਟੀ, ਫਿਰ ਤੁਸੀਂ ਦੋਨਾਂ ਦੀ ਇੰਟਰਸੈਕਸ਼ਨ ਕਰਕੇ ਟੋਟਲ ਪ੍ਰੋਬੇਬਿਲਿਟੀ। ਉਦਾਂ ਕਰਨਾ, ਉਦਾਂ ਕਰ ਲਓ ਤਾਂ ਵੀ ਸੇਮ ਆਨਸਰ ਆਏਗਾ। ਠੀਕ ਹੈ, ਜਾਂ ਇਦਾਂ ਕਰ ਲਓ ਤਾਂ ਵੀ ਸੇਮ। ਮਤਲਬ ਇਹ ਵਾਲਾ ਮੈਥਡ ਮੈਂ ਤੁਹਾਨੂੰ ਤਾਂ ਕਰਵਾਇਆ ਸੀ ਈਜ਼ੀ ਆ। ਕੀ ਕਹਿੰਦਾ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਸਮਝਾਨੀ ਆ। ਉਹਨੇ ਕਿਹਾ ਇਵੈਂਟ ਮੇਰੇ ਕੋਲ ਇਹ ਹੈ, ਮੈਂ ਪ੍ਰੋਬੇਬਿਲਿਟੀ ਕੀ ਪਤਾ ਕਰਨੀ ਹੈ ਕਿ ਦੋਨੇ ਕੀ ਹੋਣ? ਬॉय ਹੋਣ। ਬਟ ਮੈਨੂੰ ਗਿਵਨ ਕੀ ਆ? ਨੋਨ ਕੀ ਆ ਕਿ ਐਟ ਲੀਸਟ 1 children is boy। ਐਟ ਲੀਸਟ 1 ਮਤਲਬ 2 ਵੀ ਤਾਂ ਹੋ ਹੀ ਸਕਦੀ ਹੈ। ਮੇਰੇ ਕੋਲ ਇੱਕ ਸੈਂਪਲ ਸਪੇਸ ਕ੍ਰੀਏਟ ਹੋ ਗਈ, ਯਾਨੀ ਇਹ ਮੈਨੂੰ ਨੋਨ ਆ। ਇਹਦੇ ਵਿੱਚੋਂ ਮੈਂ ਇਹਦੀ ਪ੍ਰੋਬੇਬਿਲਿਟੀ ਪਤਾ ਕਰਨੀ। ਨੋਨ ਮਤਲਬ ਪਤਾ, ਇਹਦੇ ਵਿੱਚੋਂ ਮੈਂ ਇਹਦੀ ਪ੍ਰੋਬੇਬਿਲਿਟੀ ਪਤਾ ਕਰਨੀ। ਇਹ ਮੇਰੇ ਕੋਲ ਕੀ ਹੋ ਗਈ? ਸੈਂਪਲਸ ਟੋਟਲ ਹੋ ਗਿਆ ਨਾ। ਇਹ ਟੋਟਲ, ਇਹਨੂੰ ਟੋਟਲ ਮੰਨ ਕੇ ਚੱਲਣਾ ਤੁਸੀਂ। ਇਹਦੇ ਵਿੱਚੋਂ ਮੇਰੀ ਪ੍ਰੋਬੇਬਿਲਿਟੀ ਪਤਾ ਕਰਨੀ ਨਾ। ਦੋਨਾਂ ਚੋਂ ਤੁਸੀਂ ਦੇਖ ਲੈਣਾ ਸਾਂਝਾ ਕਿੰਨਾ ਹੈ। ਕਲੀਅਰ? ਸੋ ਨੈਕਸਟ ਸਮ ਦੇਖਦੇ ਆ ਆਪਾਂ। ਨੈਕਸਟ ਇਜ਼ 12 ਕਾਰਡ ਨੰਬਰ 1 to 12। ਠੀਕ ਹੈ, ਸਾਡੇ ਕੋਲ 12 ਕਾਰਡਸ ਹੈਗੇ ਨੇ, ਉਹਨਾਂ ਦੇ ਨੰਬਰ ਹੈਗੇ 1 ਤੋਂ ਲੈ ਕੇ 12 ਤੱਕ। ਦੇਖਦੇ ਹਾਂ। ਲੈਟਸ ਸੇ ਦਾ ਕਾਰਡ ਆ 1 2 3 ਅਪ ਟੂ ਸੋ ਨੰਬਰਿੰਗ ਉਹਨਾਂ ਦੀ ਹੈਗੀ 12 ਤੱਕ। ਆਰ ਪਲੇਸਡ ਇਨ ਅ ਬਾਕਸ, ਮਿਕਸ ਅਪ ਥਰੋਲੀ, then a card is drawn at a random। ਉਹਨਾਂ ਨੇ ਇੱਕ ਬਾਕਸ ਪਾਇਆ, ਚੰਗੀ ਤਰ੍ਹਾਂ ਮਿਕਸ ਕੀਤਾ। ਠੀਕ ਆ, ਜਿੱਦਾਂ ਆਪਾਂ ਗੇਮ ਵੀ ਕੋਈ ਖੇਲਦੇ ਹੁੰਦੇ ਆ ਨਾ, ਹਾਂ ਉਹਨੂੰ ਮਿਕਸ ਕਰ ਦਿੰਦੇ ਆ। ਇਹਦੇ ਕਾਰਡਸ ਹੈਗੇ ਨੇ, ਉਹਨਾਂ ਤੇ 1 ਤੋਂ 12 ਤੱਕ ਨੰਬਰਿੰਗ ਹੈਗੀ। ਇੱਕ ਕਾਰਡ ਅਸੀਂ ਰੈਂਡਮਲੀ ਚੱਕਣਾ, ਉਹ ਚੋਂ ਰੈਂਡਮਲੀ ਚੱਕਣਾ ਹੈਗਾ। ਠੀਕ ਹੈ। ਇਟ ਇਜ਼ ਨੋਨ ਦੈਟ, ਪਤਾ ਸਾਨੂੰ ਇਹ ਆ ਕਿ ਦਾ ਨੰਬਰ ਡਰਾਨ, ਜਿਹੜਾ ਕਾਰਡ ਤੋਂ ਨੰਬਰ ਡਰਾਨ ਐਂਡ ਕਾਰਡ, ਸੌਰੀ ਨੰਬਰ ਡਰਾਨ ਕਾਰਡ ਇਜ਼ ਮੋਰ ਦੈਨ 3। ਮਤਲਬ ਕਿ ਜਿਹੜਾ ਨੰਬਰ ਡਰਾ ਹੋਇਆ ਨਾ ਉਹ 3 ਤੋਂ ਵੱਡਾ ਆ। ਇਹ ਸਾਨੂੰ ਨੋਨ ਹੈ। ਇਹ ਨੋਨ ਆ ਪ੍ਰੋਬੇਬਿਲਿਟੀ, ਮਤਲਬ ਵੱਡੇ ਵਾਲੀ ਪਤਾ ਹੈ ਸਾਨੂੰ। ਯਾਨੀ ਉਹਨੂੰ ਮੈਂ ਸ਼ੈਫਲੀ ਲੈ ਕੇ ਚੱਲਾਂਗੀ ਤਾਂ ਕਿ ਕੋਈ ਕਨਸੈਪਟ ਚੱਲੇਗਾ ਕਿ 3 ਤੋਂ ਵੱਡਾ ਕਿਹੜਾ ਹੋਏਗਾ। 4 5 6 7 8 9 10 11 12 ਤੱਕ ਹੀ ਨੰਬਰ ਹੈਗੇ ਨੇ। ਤੇ ਮੈਂ ਪ੍ਰੋਬੇਬਿਲਿਟੀ ਪਤਾ ਕਿਹਦੀ ਕਰਨੀ? ਫਾਈਂਡ ਦੀ ਪ੍ਰੋਬੇਬਿਲਿਟੀ ਦੈਟ ਇਟ ਇਜ਼ ਐਨ ਈਵਨ ਨੰਬਰ। ਕਿ ਪ੍ਰੋਬੇਬਿਲਿਟੀ ਪਤਾ ਕੀ ਕਰਨੀ? ਇਹ ਕੀ ਹੋਵੇ? ਇੱਕ ਈਵਨ ਨੰਬਰ। ਈਵਨ ਨੰਬਰ ਕਿਹੜੇ ਕਿਹੜੇ ਹੁੰਦੇ? 2 4 6 8 10 12 यही होएगा। क्लियर? समझे?
देखो आ दो चीजां जिन्होंने बनानियां आ गई ਉਹਦੇ ਲਈ ਸਾਹਮਣੇ ਔਖੀ ਉਹਨੇ ਕੀ ਕਿਹਾ इट इज नोन पता की है मैनू पता यह है कि जो नंबर जिहड़ा आया वो ग्रेटर दैन की है 3 जिहड़ा नंबर आया वो 3 तो वड्डा सी मैं प्रोबेबिलिटी उस चों किहदी पता करनी तो आ ते मेरी सैंपल स्पेस होगी ना मेरे लिए मैनू नोन है चीज पता इहदे विचों मैं प्रोबेबिलिटी किहदी पता करनी कि नंबर की होवे ईवन देख लो इस सांझे किन्ने आ एक ये आ 2 3 4 5 सो प्रोबेबिलिटी ई बाय एफ कितनी होगी सांझे किन्ने आ गए ऊपर 5 ये टोटल किन्ने आ 1 2 3 4 5 ऊपर आ गया 1 2 3 4 5 6 7 8 सो 9 सो आंसर क्या आ गया 5 बाय 9 क्लियर हो रहा तुहानू ਉਹਨੇ ਕਿਹਾ ਕਿ ਮੈਨੂੰ ਨੋਨ ਇਹ ਆ ਕਿ ਨੰਬਰ ਡਰਾਨ ਇਜ਼ ਗ੍ਰੇਟਰ ਦੈਨ 3 ਤੋਂ ਵੱਡੇ ਕਿਹੜੇ ਆ ਗਏ 4 5 6 7 8 9 10 11 12 ਓਕੇ ਤੇ ਕਹਿੰਦਾ ਪ੍ਰੋਬੇਬਿਲਿਟੀ ਇਹਦੀ ਪਤਾ ਕਰਨੀ ਕਿ ਨੰਬਰ ਕੀ ਹੋਵੇ ਈਵਨ ਜਿਹੜੀ ਪ੍ਰੋਬੇਬਿਲਿਟੀ ਪਤਾ ਕਰਨੀ ਉਹਨੂੰ ਅਸੀਂ ਉੱਪਰ ਰੱਖਦੇ ਆ ਇਹਨੂੰ ਅਸੀਂ ਐਜ਼ ਅ ਸੈਂਪਲ ਸਪੇਸ ਜਦੋਂ ਵੀ ਇਟ ਇਜ਼ ਨੋਨ ਦੈਟ ਇਟ ਇਜ਼ ਗਿਵਨ ਦੈਟ ਕੰਡੀਸ਼ਨਲ ਪ੍ਰੋਬੇਬਿਲਿਟੀ ਆਪਣੇ ਦਿਮਾਗ 'ਚ ਰੱਖਿਓ ਠੀਕ ਹੈ ਕਿ ਕੰਡੀਸ਼ਨ ਦੇਤੀ ਮੈਨੇ ਕੀ ਹੈ ਮੈਨੂੰ ਪਤਾ ਹੈ ਜੀ ਇਹਦੇ ਵਿੱਚੋਂ ਮੈਂ ਇਹਦੀ ਪ੍ਰੋਬੇਬਿਲਿਟੀ ਪਤਾ ਕਰਨੀ ਠੀਕ ਹੈ ਸੋ 1 2 ਇਹਦੇ ਵਿੱਚੋਂ ਪਹਿਲਾਂ ਉੱਪਰ ਸਾਂਝੇ ਦੇਖਣੇ ਹੁੰਦੇ ਆਪਾਂ ਉੱਪਰ ਇੰਟਰਸੈਕਸ਼ਨ ਹੁੰਦੀ ਆ ਕਲੀਅਰ ਕਿੰਨੇ ਆ 5 ਇਹਨਾਂ ਵਿੱਚੋਂ ਹੈਗੇ ਜਿਹੜੇ ਕਾਮਨ ਆ ਤੇ ਟੋਟਲ ਇਹ ਕਿੰਨੇ ਆ 6 7 8 9 5 by 9 ਆਨਸਰ ਕਲੀਅਰ ਲੈਟਸ ਟੇਕ ਸਕਰੀਨ ਬਹੁਤ ਈਜ਼ੀ ਹੁੰਦੇ ਨੇ ਬਸ ਸਟੇਟਮੈਂਟ ਸਮਝਣ ਦੀ ਲੋੜ ਵੱਡਾ ਮੈਥਡ ਵੀ ਆ ਗਿਆ ਦਾ ਵੱਡੇ ਮੈਥਡ ਨਾਲ ਵੀ ਕਰ ਸਕਦੇ ਤੁਸੀਂ ਕਿ ਜੀ ਪੂਰੀ ਸੈਂਪਲ ਸਪੇਸ ਪੂਰੇ ਦੀ ਤਿਆਰ ਕਰੋ ਫਿਰ ਈ ਦੀ ਕੱਢੋ ਫਿਰ ਐਫ ਦੀ ਕੱਢੋ ਇੰਟਰਸੈਕਸ਼ਨ ਦੀ ਕੱਢੋ ਜੋ ਮੈਂ ਤੁਹਾਨੂੰ ਮੈਥਡ ਆਲਰੇਡੀ ਉਹਦੇ ਵਿੱਚ ਉਹ ਵੀ ਦੱਸਿਆ ਸੀ ਠੀਕ ਹੈ ਬਟ ਇਹ ਈਜ਼ੀ ਵਾਲਾ ਹੈਗਾ ਅ ਡਾਈਸ ਇਜ਼ ਥਰੋਨ ਟਵਾਈਸ ਇੱਕ ਡਾਈਸ ਨੂੰ ਕਹਿੰਦੇ ਦੋ ਵਾਰੀ ਸੁੱਟਿਆ ਗਿਆ and the sum of number appearing is observed to be 6 what is the conditional probability that number 4 has appeared at least one probability में किहदी पता करनी कि number appear at least one 4 appear at least one so probability में जी पता करनी है कि जेड़ा number 4 है ना has appear at least one ਕਿ ਇੱਕ ਵਾਰੀ ਤਾਂ 4 ਆਇਆ ਹੀ ਹੋਵੇ ਤੇ ਗਿਵਨ ਸਾਨੂੰ ਕੀ ਆ thrown and the sum of number appearing observed to be 6 ਕਿ ਉੱਪਰ ਜਿਹੜਾ ਸਮ ਆਇਆ ਦਾ ਦੋ ਡਾਈਸ ਸੁੱਟੀਆਂ ਨਾ ਮਤਲਬ ਜਿਹੜੇ ਵੀ ਨੰਬਰ ਆਏ ਉਹਨਾਂ ਦਾ ਸਮ ਕਿੰਨਾ ਆਇਆ 6 ਸੋ ਕਿਹੜੇ ਕਿਹੜੇ ਹੋ ਸਕਦੇ 6 ਲਈ ਬਣਾਈਏ ਇੱਥੇ ਕਿਹੜੇ ਕਿਹੜੇ ਹੋ ਸਕਦੇ 2 4 4 2 and 3 3 ਇਹੀ ਹੋ ਸਕਦਾ ਕੀ ਹੋਰ ਵੀ ਹੋ ਸਕਦਾ 5 1 1 5 ਇਹ ਹੋ ਸਕਦੇ ਐਨੇ ਹੋ ਸਕਦੇ ਦੇਖ ਲਓ ਇੱਕ ਵਾਰੀ ਫਿਰ 2 4 4 2 5 1 1 5 3 3 ਇਹ 6 ਹੋ ਸਕਦਾ ਇਹਦੀ 6 ਬਣ ਸਕਦਾ ਡਾਈਸ ਨੂੰ ਸੁੱਟਾਂਗੇ ਇੱਕ ਤੇ 4 2 ਆ ਗਿਆ ਦੂਸਰੇ ਤੇ 4 ਫਿਰ 4 ਜਾਂ 2 ਇਹੀ ਆ ਸਕਦਾ ਬਟ ਪ੍ਰੋਬੇਬਿਲਿਟੀ ਕਾ ਨੰਬਰ 4 ਹੈਜ਼ ਅਪੀਅਰ ਐਟ ਲੀਸਟ 1 ਇਹਦੀ ਵੀ ਬਣਾ ਲੈਣੇ ਐਟ ਲੀਸਟ 1 ਇੱਕ ਵਾਰੀ 4 ਆਵੇ ਠੀਕ ਹੈ ਯਾਨੀ ਕਿ ਇੱਕ ਵਾਰੀ 4 ਆਵੇ ਕੀ ਹੋ ਸਕਦਾ 4 ਦੇ ਨਾਲ ਤਾਂ ਕਿੰਨੇ ਆਪਸ਼ਨ ਆ 4 1 1 4 4 2 2 4 ठीक है फिर 4 3 3 4 4 5 5 4 6 4 ठीक है 4 6 ऐसे फिर यहाँ एटलीस्ट 1 क्या दो बारी भी तो आ ही सकता समझते ना सो इदा ये पूरा बना लेना तुसी कि 4 एटलीस्ट 1 होने के एक बारी 4 आवे कितने इदा आ सकता ना 4 1 ਦੇ ਨਾਲ ਆਸਾ ਹੁਣ ਤੁਸੀਂ ਦੇਖੋ ਅਸੀਂ ਪਤਾ ਕੀ ਕਰਨੀ ਹੈ E by F ਇਹਨਾਂ ਚ ਸਾਂਝੇ ਦੇਖ ਲਓ ਕਿੰਨੇ ਆ ਸਿਰਫ ਇੱਕ 4 2 ਹੋਏਗਾ ਇੱਕ 2 4 है ना 4 ਦੇ ਤੇ ਨਾਲ 4 4 ਹੈ ਇੱਕ ਵਾਰੀ ਸਾਂਝਾ ਆਏਗਾ ਤੇ 4 ਆ ਗਿਆ ਇਹ ਕਿੰਨੇ ਵਾਰੀ ਆ ਗਿਆ ਦੋ ਵਾਰੀ ਟੋਟਲ ਕਿੰਨੇ ਆ 1 2 3 4 5 ਸੋ ਕਿੰਨਾ ਆ ਗਿਆ 2 by 5 ਕਲੀਅਰ ਸੋ ਕਿਸੇ ਨੂੰ ਉੱਥੇ ਸੈਂਪਲ ਸਪੇਸ ਨਾ ਤੁਹਾਨੂੰ ਬਣਾਉਣ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ ਇਹਦੇ ਵਿੱਚ ਉਹਨੇ ਕਿ ਐਟਲੀਸਟ 1 ਟਾਈਮ 4 ਆਵੇ ਉਹੀ ਵਾਲੇ ਦੋ ਵਾਰੀ ਹੋਏਗਾ ਉਸ ਤੋਂ ਇਲਾਵਾ ਤੇ ਹੈ ਹੀ ਨਹੀਂ ਸਮਝ ਆਣਾ ਕਿ ਇਹਨਾਂ ਉੱਥੇ ਬਣਾਉਣ ਦੀ ਲੋੜ ਤੁਹਾਨੂੰ ਵੀ ਸੈਂਪਲ ਸਪੇਸ ਜਸਟ ਦਿਮਾਗ ਲਗਾਓ ਤੇ ਨੈਕਸਟ ਸਮ ਕਰਦੇ ਆ ਸਕਰੀਨਸ਼ਾਟ ਲੈ ओहो ऊपर ना एक सम रह गया साडे कोल ਇਹਦੇ ਵਿੱਚ ਸੀਗਾ ਕਿ ਐਲਡਰ ਚਾਈਲਡ ਇਜ਼ ਬॉय ਇਹ ਵੀ ਕਰਵਾ ਦਿੰਨੀ ਆ ਮੈਂ ਕਿ ਸਾਡੇ ਕੋਲ ਕੀ ਸੀ ਪ੍ਰੋਬੇਬਿਲਿਟੀ ਕੀ ਪਤਾ ਕਰਨੀ ਸੀ ਬੋਥ ਆਰ ਬॉय ਕਿ ਬੋਥ ਕੀ ਹੋਣ ਸਾਡੇ ਕੋਲ ਬॉय ਹੋਣ ਤੇ ਕੀ ਸੀਗਾ ਐਫ ਚ ਕੀ ਸੀਗਾ ਐਲਡਰ ਚਾਈਲਡ ਇਜ਼ ਬॉय ਕਿ ਵੱਡੇ ਵਾਲਾ ਕੀ ਹੋਵੇ ਬॉय ਸੋ ਇਹ ਸਦਾ ਪਹਿਲਾ ਬॉय ਗਰਲ ਆ ਗਿਆ ਫਿਰ ਕੀ ਆ ਗਿਆ ਐਲਡਰ ਵੱਡੇ ਵਾਲਾ ਬॉय ਜੇ ਦੋਨੇ ਬॉय ਵੀ ਹੋ ਸਕਦੇ ਇਹ ਵੀ ਦੋ ਕੇਸਿਸ ਬਣ ਸਕਦੇ ਕਿ ਵੱਡਾ ਬੱਚਾ ਬॉय ਹੋਵੇ ਠੀਕ ਹੈ मैंने कहा था एल्डर चाइल्ड इज बॉय सो पहला बॉय घर च आया फिर गर्ल आई
ਜਾਂ ਫਿਰ ਇਦਾਂ ਇੱਥੇ ਤੁਹਾਨੂੰ ਜ਼ਰੂਰੀ ਥੋੜਾ ਨਾ ਦੱਸਿਆ ਥੋੜਾ ਕਿ ਬॉय ਜਾਂ ਗਰਲ ਹੀ ਹੈਗੇ, मतलब कि दो बॉय भी था, 2 चिल्ड्रन ਦੱਸਿਆ ਉਹਨੇ, ਹੁਣ ਦੋਨੇ बॉय भी ਤਾਂ ਹੋ ਹੀ ਸਕਦੇ। ਫਿਰ ਸੋ ਇਹਦੇ ਵਿੱਚ ਪ੍ਰੋਬੇਬਿਲਿਟੀ ਦੇਖ ਲਓ, E/F ਕੀ ਆ ਜਾਏਗੀ, ਸਾਂਝਾ ਕੀ ਇੱਕੋ ਹੀ, ਨੀਚੇ ਟੋਟਲ ਕਿੰਨੀ ਹੈ 1/, ਕਲੀਅਰ। ਸੋ ਐਲਡਰ ਚਾਈਲਡ ਇਜ਼ ਬॉय, ਉਹਨੇ ਕਿਹਾ ਸੀ ਕਿ ਵੱਡੇ ਵਾਲਾ ਕੀ ਹੋਵੇ ਬॉय, ਇਹ ਸਾਨੂੰ ਨੋਨ ਸੀਗਾ ਨਾ, ਇਹ ਸੈਕੰਡ ਕੰਡੀਸ਼ਨ ਸੀ, ਇਟ ਇਜ਼ ਨੋਨ ਦੈਟ ਕਿ ਐਲਡਰ ਚਾਈਲਡ ਇਜ਼ ਬॉय। ਇਹ ਨਾ ਐਲਡਰ ਵਾਲਾ ਜੇ ਯੰਗੇਸਟ ਆ ਜਾਂਦੇ, ਐਲਡਰ ਦੇ ਵਿੱਚ ਸਟਾਰਟਿੰਗ ਦਾ ਯੰਗੇਸਟ ਪਿੱਛੇ ਹੋ ਜਾਏਗਾ, फिर छोटा हो जाएगा। ओके, सो नेक्स्ट क्वेश्चन करते हैं। नेक्स्ट इज एज्यूम दैट ईच बोर्न चाइल्ड इज इक्वली लाइकली टू बी अ गर्ल और बॉय। देखो नीचे फर्क आ दे सामने क्या कुछ 2 चिल्ड्रन बोलिया सी, इच्चे बोलिया कि एज्यूम करते हैं कि ईच बोर्न चाइल्ड इज इक्वली लाइकली टू बी अ गर्ल एंड बॉय, मतलब घर च इक्वली कंडीशन है कि बॉय भी है ते मतलब इक्वल कंडीशन है जे बॉय है ते गर्ल भी है ना, एकदम कंडीशन। इफ अ फैमिली हैज 2 चिल्ड्रन, एक फैमिली को जे दो ਉਹਦੇ ਵਿੱਚ 2 ਬੱਚੇ ਹੈਗੇ, व्हाट इज द कंडीशनल प्रोबेबिलिटी दैट बोथ आर गर्ल्स। प्रोबेबिलिटी की पता करनी है कि बोथ आर गर्ल्स, की दोनों ਜਿਹੜੀਆਂ ਹੈਗੀਆਂ ਉਹ गर्ल्स ਹੋਣ, ठीक है। both are girls and known ਕੀ ਆ, it is given that youngest is the girl। देखो youngest ਉਹਨੇ ਬੋਲਿਆ girl, ਕੀ ਬਣ ਸਕਦਾ, पहला बॉय आया घर च, फिर गर्ल, यंगेस्ट की गल यही होगी, ठीक है। या फिर पहला भी गर्ल आई, फिर बाद भी की होया गर्ल ही आएगी, है ना, ठीक है। सो ओने की बोलिया ਇਹਦੇ ਵਿੱਚ ਧਿਆਨ ਨਾਲ देखो कि द यंगेस्ट इज गर्ल, यंगेस्ट इज गर्ल मतलब बाद पहला बॉय आया फिर की आई गर्ल, यही गल है ना। ਹੁਣ ਇੱਥੇ ਉਹਨੇ ਇਹ ਬੋਲਿਆ यंगेस्ट इज गर्ल, पहला गर्ल फिर बाद च किया यंगेस्ट, दूसरी भी गर्ल हो सकती है ना, स्टार्टिंग च नहीं गर्ल आप ले सकते, या फिर ਇਹਦੇ ਵਿੱਚ हाँ ठीक है। सो ਉਹਨੇ ਇੱਥੇ ਕੀ ਕਿਹਾ, ਅਸੀਂ ਪ੍ਰੋਬੇਬਿਲਿਟੀ ਕੀ ਪਤਾ ਕਰਨੀ ਆ, ਇੱਥੇ ਪ੍ਰੋਬੇਬਿਲਿਟੀ ਕੀ ਪਤਾ ਕਰਨੀ ਹੈਗੀ ਆ, 2 चिल्ड्रन बोथ गर्ल्स, हाँ दोनों गर्ल्स की पता करनी। कॉमन कितने हो गए साडे कोल 1 डिवाइड बाय की आ गया साडे कोल 2, क्लियर। नेक्स्ट इज ਉਹਨੇ ਕਿਹਾ एटलीस्ट 1 इज गर्ल, कि ਦੋਨਾਂ ਵਿੱਚੋਂ ਇੱਕ ਕੀ ਹੋਵੇ गर्ल ਹੋਵੇ, ਯਾਨੀ ਕਿ ਹੁਣ ਇਹ ਤਾਂ ਉਹੀ ਹੈਗੀ ਸਾਡੇ ਕੋਲ ਦੋਨੇ गर्ल्स ਹੈਗੀਆਂ ਨੇ। ਸੋ ਐਫ ਦੇ ਵਿੱਚ ਉਹਨੇ ਕੀ ਕਹਿ ਦਿੱਤਾ, एटलीस्ट 1 इज गर्ल, ਦੋਨਾਂ ਚੋਂ ਇੱਕ ਕੀ ਹੋਵੇ गर्ल ਹੋਵੇ, ओके। सो बॉय गर्ल, गर्ल बॉय, या फिर एटलीस्ट 1 इज गर्ल, दोनों गर्ल्स भी हो सकती हैं, क्लियर। सो ਇਹਦੇ ਵਿੱਚ ਕਾਮਨ ਕੀ ਆ ਗਿਆ 1/, सो प्रोबेबिलिटी ਇੱਥੇ E/F ਕੀ ਆ ਗਿਆ 1/। सो क्लियर हो ਰਿਹਾ ਤੁਹਾਨੂੰ, ਈਜ਼ੀ ਹੈਗਾ, ਕੁਝ ਔਖਾ ਨਹੀਂ। ਉਹ ਕਹਿ ਰਿਹਾ एटलीस्ट 1 इज गर्ल, कि ਇੱਕ ਕੀ ਹੋਵੇ गर्ल ਹੋਵੇ, क्लियर। सो ਇਹ ਵਾਲੇ ਸਮ ਸੀਗੇ, ਈਜ਼ੀ ਸੀਗੇ, ਕੁਝ ਜ਼ਿਆਦਾ ਔਖਾ ਨਹੀਂ ਸੀਗਾ, ਠੀਕ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ, ਇਹ ਸਟੇਟਮੈਂਟ ਤੋਂ ਦੇਖ ਕੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਗਿਵਨ दैट ਜਾਂ ਫਿਰ ਇਟ ਇਜ਼ ਨੋਨ दैट ਲਿਖਿਆ ਹੋਵੇ। ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਜ਼ਰੂਰ ਕਰੋ। ਥੈਂਕਸ ਫॉर ਵਾਚਿੰਗ द वीडियो।